ਤੇ ਜਿਹੜੀ ਇਹ ਕੋਠੀ ਬਣਾਉਣ ਦੀ ਗੱਲ ਆ, ਜਦੋਂ ਉਹ ਇੱਥੇ ਆ ਕੇ ਨਾ ਬਣਾਉਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਮਨ 'ਚ ਇੱਕ ਇਹ ਵੀ ਕਿ ਇਹੋ ਜਿਹੀ ਚੀਜ਼ ਬਣਾਈ ਜਾਏ ਜਿਹੜੀ ਇਲਾਕੇ ਦੇ ਵਿੱਚ ਕਿਤੇ ਨਹੀਂ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇੱਕ ਨਕਸ਼ਾ ਇਹਦਾ ਤਿਆਰ ਕਰਵਾਇਆ ਤੇ ਦੱਸਦੇ ਆ ਕਿ ਜਿਹੜੇ ਇਹਦੇ ਕਾਰੀਗਰ ਸੀ ਉਹ ਲਾਹੌਰ ਤੋਂ, ਇਹਦੇ ਆਰਕੀਟੈਕਟ ਤੇ ਕਾਰੀਗਰ ਲਾਹੌਰ ਤੋਂ ਮੰਗਾਏ ਗਏ। ਤੇ ਸੁਣਿਆ ਇਹ ਆ ਵੀ ਉਸ ਸ਼ਹਿਰ ਵਿੱਚ 16 ਸਿਨੇਮੇ ਸੀਗੇ ਤੇ 16 ਚੋਂ 14 ਸਿਨੇਮੇ ਇਹਨਾਂ ਦੇ ਸੀ ਤੇ ਤਕਰੀਬਨ 200-250 ਮਕਾਨ ਜਿਹੜਾ ਸੀ ਉਹ ਇਹਨਾਂ ਦਾ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਚੋਣੇ ਦੇ ਇਲਾਕੇ ਭਰ ਵਿੱਚ ਪਛਾਣ ਇੱਥੋਂ ਦੀ ਇੱਕ ਬਹੁਤ ਵੱਡੀ ਇਮਾਰਤ ਕਾਰਨ ਹੈ। ਇਹ ਇਮਾਰਤ ਇੰਨੀ ਵੱਡੀ ਹੈ ਕਿ ਹਰ ਕੋਈ ਇਸ ਨੂੰ ਦੇਖ ਕੇ ਦੰਦਾਂ ਥੱਲੇ ਉਂਗਲਾਂ ਦਬਾ ਲੈਂਦਾ। ਕਹਿੰਦੇ ਹਨ ਕਿ ਜਦੋਂ ਇਹ ਕੋਠੀ ਬਣੀ ਸੀ ਤਾਂ ਬਟਾਲਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 'ਚੋਂ ਲੋਹਾ ਮੁੱਕ ਗਿਆ ਸੀ। ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਵੀ ਬੜਾ ਰੋਚਕ ਹੈ। ਇਹ ਕੋਠੀ ਪਿੰਡ ਚੋਣੇ ਦੇ ਦੋ ਭਲਵਾਨ ਭਰਾਵਾਂ ਦੀ ਸਫਲਤਾ ਦੀ ਗਵਾਹ ਹੈ। ਪਿੰਡ ਚੋਣੇ ਦੇ ਇੱਕ ਗਰੀਬ ਜ਼ਿਮੀਂਦਾਰ ਪਰਿਵਾਰ ਦੇ ਦੋ ਭਲਵਾਨ ਭਰਾਵਾਂ ਨੇ ਪਿੰਡ ਵਿੱਚ ਮੱਝਾਂ ਚਾਰਦਿਆਂ ਅਤੇ ਘੋਲ ਕਰਦਿਆਂ ਆਪਣੇ ਜ਼ੋਰ ਨਾਲ ਅਜਿਹੇ ਮੈਦਾਨ ਮਾਰੇ ਕਿ ਇੰਡੋਨੇਸ਼ੀਆ ਦੇ ਮਸ਼ਹੂਰ ਸ਼ਹਿਰ ਮੈਦਾਨ ਤੱਕ ਉਹਨਾਂ ਦੀ ਭਲਵਾਨੀ ਦੀ ਤੂਤੀ ਬੋਲਣ ਲੱਗ ਪਈ। ਸਮੁੰਦਰੋਂ ਪਾਰ ਇੰਡੋਨੇਸ਼ੀਆ ਦੇਸ਼ ਵਿੱਚ ਭਲਵਾਨੀ ਦੀ ਇਹ ਤੂਤੀ ਇੱਕ ਭਰਾ ਦੇ ਵਿਆਹ ਦੇ ਵਾਜਿਆਂ ਵਿੱਚ ਕਦੋਂ ਬਦਲ ਗਈ ਪਤਾ ਹੀ ਨਾ ਲੱਗਾ। ਭਲਵਾਨੀ ਦੇ ਸ਼ੌਂਕ ਨੇ ਪਿੰਡ ਚੋਣਿਆਂ ਦੇ ਦੋ ਗਰੀਬ ਨੌਜਵਾਨਾਂ ਦੀ ਤਕਦੀਰ ਅਜਿਹੀ ਬਦਲੀ ਕਿ ਉਹ ਆਪਣੇ ਇਲਾਕੇ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਪਿੰਡ ਚੋਣੇ ਦੀ ਇਹ ਕੋਠੀ ਉਹਨਾਂ ਭਲਵਾਨ ਭਰਾਵਾਂ ਦੀ ਅਮੀਰੀ ਤੇ ਤਰੱਕੀ ਨੂੰ ਅੱਜ ਵੀ ਬਿਆਨ ਕਰ ਰਹੀ ਹੈ। ਵਾਕਿਆ ਸਨ 1890 ਦੇ ਦਹਾਕੇ ਦਾ ਹੈ। ਉਸ ਸਮੇਂ ਪੰਜਾਬ ਵਿੱਚ ਬਰਤਾਨੀਆ ਹਕੂਮਤ ਦਾ ਰਾਜ ਸੀ। ਬਟਾਲੇ ਤੋਂ ਕਰੀਬ 20 ਕਿਲੋਮੀਟਰ ਦੂਰ ਪੈਂਦੇ ਪਿੰਡ ਚੋਣੇ ਦੇ ਨੌਜਵਾਨਾਂ ਵਿੱਚ ਭਲਵਾਨੀ ਦਾ ਬਹੁਤ ਸ਼ੌਂਕ ਸੀ। ਪਿੰਡ ਦੇ ਇੱਕ ਸਧਾਰਨ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਏ ਦੋ ਭਰਾ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਵੀ ਭਲਵਾਨੀ ਨਾਲ ਬੜਾ ਮੋਹ ਸੀ। ਇਹਨਾਂ ਦੋਵਾਂ ਭਰਾਵਾਂ ਨੇ ਸਾਰਾ ਦਿਨ ਪਿੰਡ ਵਿੱਚ ਪਸ਼ੂ ਚਾਰਦੇ ਰਹਿਣਾ ਅਤੇ ਸ਼ਾਮ ਨੂੰ ਪਿੰਡ ਵਿੱਚ ਆਪਣੇ ਲੰਗੋਟੀਏ ਯਾਰਾਂ ਨਾਲ ਘੋੜ ਕੁਸ਼ਤੀਆਂ ਕਰਨੀਆਂ। ਘਰ ਦਾ ਖੁੱਲਾ ਦੁੱਧ ਘਿਓ ਹੋਣ ਕਰਕੇ ਇਹ ਦੋਵੇਂ ਭਰਾ ਸਰੀਰੋਂ ਤਕੜੇ ਹੋ ਗਏ ਅਤੇ ਇਲਾਕੇ ਦੇ ਸਾਰੇ ਭਲਵਾਨਾਂ ਦੀਆਂ ਇਹਨਾਂ ਨੇ ਪਿੱਠਾਂ ਲਵਾ ਦਿੱਤੀਆਂ। ਭਲਵਾਨੀ ਵਿੱਚ ਹਾਕਮ ਤੇ ਗੁਰਦਿੱਤ ਦੀ ਝੜਤ ਇਹਨਾਂ ਨੂੰ ਕਲਕੱਤੇ ਤੱਕ ਲੈ ਗਈ। ਬੰਗਾਲ ਦੀ ਧਰਤੀ ਤੇ ਇਹਨਾਂ ਪੰਜਾਬੀ ਨੌਜਵਾਨਾਂ ਨੇ ਭਲਵਾਨੀ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਕੁਝ ਗੋਰਿਆਂ ਦੀ ਇਹਨਾਂ ਉੱਪਰ ਨਜ਼ਰ ਪੈ ਗਈ। ਇਹ ਦੋਵੇਂ ਭਰਾ ਇੱਕ ਕੁਸ਼ਤੀ ਕਲੱਬ ਇੰਡੋਨੇਸ਼ੀਆ ਵਿਖੇ ਭਲਵਾਨੀ ਕਰਨ ਲਈ ਚਲੇ ਗਏ। ਵਿਦੇਸ਼ੀ ਧਰਤੀ ਉੱਪਰ ਵੀ ਪਿੰਡ ਚੋਣੇ ਦੇ ਇਹਨਾਂ ਨੌਜਵਾਨਾਂ ਨੇ ਆਪਣੇ ਪੱਟਾਂ ਦਾ ਜ਼ੋਰ ਪੂਰੀ ਦੁਨੀਆ ਨੂੰ ਦਿਖਾ ਦਿੱਤਾ। ਤੇ ਜਿਹੜੀ ਇਹ ਕੋਠੀ ਬਣਾਉਣ ਦੀ ਗੱਲ ਆ, ਜਦੋਂ ਉਹ ਇੱਥੇ ਆ ਕੇ ਉਹਨਾਂ ਬਣਾਉਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਮਨ 'ਚ ਇੱਕ ਇਹ ਵੀ ਕਿ ਇਹੋ ਜਿਹੀ ਚੀਜ਼ ਬਣਾਈ ਜਾਏ ਜਿਹੜੀ ਇਲਾਕੇ ਦੇ ਵਿੱਚ ਕਿਤੇ ਨਹੀਂ। ਸੋ ਉਹ ਸਮਾਂ ਜਿਹੜਾ ਕੱਚੇ ਘਰਾਂ ਦਾ ਦੌਰ ਸੀ। ਬਹੁਤ ਸਾਰੇ ਲੋਕ, ਕੋਈ ਵਿਰਲਾ ਹੀ ਹੋਊਗਾ ਜਿਹਦੇ ਕੋਈ ਪੱਕਾ ਮਕਾਨ ਹੋਵੇ, ਨਹੀਂ ਤਾਂ ਕੱਚੇ ਘਰਾਂ ਦੇ ਲੋਕਾਂ ਦੇ ਕੱਚੇ ਘਰ ਸੀ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇੱਕ ਨਕਸ਼ਾ ਇਹਦਾ ਤਿਆਰ ਕਰਵਾਇਆ ਤੇ ਦੱਸਦੇ ਆ ਕਿ ਜਿਹੜੇ ਇਹਦੇ ਕਾਰੀਗਰ ਸੀ ਉਹ ਲਾਹੌਰ ਤੋਂ, ਇਹਦੇ ਆਰਕੀਟੈਕਟ ਤੇ ਕਾਰੀਗਰ ਲਾਹੌਰ ਤੋਂ ਮੰਗਾਏ ਗਏ। ਲਾਹੌਰ ਉਸ ਸਮੇਂ ਸਾਂਝੇ ਪੰਜਾਬ ਦੀ ਰਾਜਧਾਨੀ ਸੀ ਤੇ ਸਾਡੇ ਮਾਝੇ ਦਾ ਹੀ ਇੱਕ ਸ਼ਹਿਰ ਸੀ, ਲਾਗੇ ਵੱਡਾ ਸ਼ਹਿਰ ਸੀ। ਤੇ ਜਿਹੜੀ ਵੀ ਇਹਦੇ ਵਿੱਚ ਚੀਜ਼ ਵਰਤੀ ਗਈ, ਜਿਵੇਂ ਲੋਹਾ ਬਟਾਲੇ ਤੋਂ, ਤੇ ਉਹ ਕਹਿੰਦੇ ਆ ਕਿ ਉਦੋਂ ਬਟਾਲੇ ਦਾ ਲੋਹਾ ਮੁੱਕ ਗਿਆ ਸੀ। ਹਾਲਾਂਕਿ ਚਲੋ ਇਹ ਵੀ ਆਪਾਂ ਗੱਲ ਤੋਂ ਇਨਕਾਰ ਨਹੀਂ ਕਰਦੇ, 100 ਸਾਲ ਪਹਿਲੋਂ ਸ਼ਹਿਰ ਵੀ ਛੋਟਾ ਸੀ, ਦੁਕਾਨਾਂ ਵੀ ਘੱਟ ਹੋਣਗੀਆਂ, ਪਰ ਫਿਰ ਵੀ ਉਦੋਂ ਉਸ ਸਮੇਂ ਦੇ ਹਿਸਾਬ ਨਾਲ ਤਾਂ ਉਦੋਂ ਵੀ ਬੜਾ ਹੋਏਗਾ। ਤੇ ਉਹ ਲੋਹਾ ਮੁੱਕ ਜਾਣਾ, ਫਿਰ ਇਹਦੇ 'ਚ ਜਿਹੜੀ ਕੋਈ ਟਾਇਲ ਵਰਤੀ ਗਈ ਆ ਜਾਂ ਕੋਈ ਹੋਰ ਹੀ ਬੜੇ ਇਹੋ ਜਿਹੇ ਸਜਾਵਟੀ ਚੀਜ਼ਾਂ ਵਾ, ਉਹ ਕਹਿੰਦੇ ਆ ਕਿ ਜੇ ਲਾਹੌਰ ਤੋਂ ਮਿਲੀ, ਲਾਹੌਰ ਤੋਂ ਲਿਆਂਦੀ, ਜਾਂ ਕੋਈ ਹੋਰ ਸ਼ਹਿਰ ਤੋਂ ਮਿਲੀ ਉੱਥੋਂ ਮੰਗਾਈ ਉਹਨਾਂ ਨੇ। ਤੇ ਇਸ ਵਿੱਚ ਜਿਹੜੀਆਂ ਅੱਜ ਦੇ ਸਮੇਂ 'ਚ ਸਹੂਲਤਾਂ ਵਾ ਕੋਠੀ ਦੇ ਵਿੱਚ ਹੁੰਦੀਆਂ, ਉਹ ਸਾਰੀਆਂ ਉਸ ਸਮੇਂ ਉਹਨਾਂ ਨੇ ਪ੍ਰੋਵਾਈਡ ਕੀਤੀਆਂ। ਜਿਵੇਂ ਕਿਚਨ ਵੱਖਰਾ ਬਣਾਉਣਾ, ਹਰ ਕਮਰੇ ਦੇ ਵਿੱਚ ਉਹਨੂੰ ਗਰਮ ਰੱਖਣ ਲਈ ਉਹ ਚਿਮਨੀਆਂ ਬਣਾਈਆਂ। ਸੋ ਇਸ ਤਰ੍ਹਾਂ ਇੱਕ ਕਮਾਲ ਦੀ ਜਿਹੜੀ ਕਾਰਾਗਰੀ ਆ ਉਹ ਇੱਥੇ ਦੇਖਣ ਨੂੰ ਮਿਲਦੀ ਆ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਹ ਵਿਦੇਸ਼ਾਂ 'ਚ ਚਲੇ ਗਏ ਸੀ ਭਲਵਾਨ, ਉੱਥੇ ਜਾ ਕੇ ਰਹਿਣ ਲੱਗ ਪਏ, ਫਿਰ ਕੀ ਜ਼ਰੂਰਤ ਪੈ ਗਈ ਵੀ ਇੱਥੇ ਉਹਨਾਂ ਨੂੰ ਆਪਣੇ ਪਿੰਡ 'ਚ ਇਸ ਤਰੀਕੇ ਦੀ ਚੀਜ਼ ਤਿਆਰ ਕਰਨੀ? ਉਹਦਾ ਵੇਖੋ ਜੀ, ਇੱਕ ਮਨੁੱਖ ਦੀ ਫਿਤਰਤ ਆ। ਜੇ ਕੋਈ ਅਮੀਰ ਆ ਤਾਂ ਦੱਸਦਾ ਵੀ ਮੈਂ ਅਮੀਰ ਆ। ਅੱਜ ਵੀ ਅਸੀਂ ਜਾਂਦੇ ਹਾਂ, ਮੰਨ ਲਓ ਆਪਾਂ ਜੇ ਕੋਠੀ ਦੇ ਵੇਖਣੀ ਆਏ ਆ, ਅਸੀਂ ਅੱਜ ਵੀ ਇੱਕ ਸੈਲਫੀ ਲੈ ਕੇ ਜਾਂ ਆਪਣੀ ਫੋਟੋ ਖਿੱਚਦੇ ਹਾਂ
ਦੱਸਦੇ ਵੀ ਇੱਥੋਂ ਦੇਖ ਕੇ ਆਏ, ਜਾਂ ਕੋਈ ਵਿਦੇਸ਼ ਜਾਂਦਾ ਤੇ ਉਹ ਅੱਜ ਕੱਲ੍ਹ ਜਿੱਦਾਂ ਮੁੰਡੇ ਜਾਂਦੇ ਹੀ ਆ ਤੇ ਉੱਥੋਂ ਲਾਈਵ ਹੁੰਦੇ ਆ, ਦੱਸਦੇ ਆ ਵੀ ਅਸੀਂ ਇੱਥੇ ਆ ਵੇਖੋ ਕਿੱਡੀ ਖੂਬਸੂਰਤ ਚੀਜ਼ ਆ। ਸੋ ਉਹ ਸਮਾਂ ਸੀ ਜਦੋਂ ਇਹ ਉੱਥੇ ਗਏ ਮੈਦਾਨ ਸ਼ਹਿਰ 'ਚ ਇੰਡੋਨੇਸ਼ੀਆ 'ਚ, ਇਹਨਾਂ ਤੇ ਵੇਖਿਆ ਸੀ ਉੱਥੇ ਸਾਰਾ ਕੁਝ, ਬਟ ਪਿੰਡ ਕਿਸੇ ਨੂੰ ਪਿੱਛੇ ਨਹੀਂ ਪਤਾ ਵੀ ਇਹ ਕਿੱਥੇ ਗਏ ਆ, ਕਿਹੜੇ ਸ਼ਹਿਰ ਆ, ਕਿੱਥੇ ਆ, ਕਿਵੇਂ ਕਿਸ ਹਾਲਾਤ ਵਿੱਚ ਆ। ਤੇ ਉਹ ਕਹਿੰਦੇ ਜਦੋਂ ਵਾਪਸ ਆਏ ਆ ਤੇ ਇੱਕ ਭਰਾ ਦਾ ਵਿਆਹ ਤਾਂ ਉੱਥੇ ਹੀ ਹੋ ਗਿਆ ਸੀ, ਦੂਜੇ ਦੇ ਵਿਆਹ ਦੀ ਜਦੋਂ ਗੱਲ ਚੱਲੀ ਤਾਂ ਪਹਿਲਾਂ ਤਾਂ ਗਰੀਬ ਹੀ ਇੱਥੋਂ ਜਦੋਂ ਗਏ ਸੀ, ਤੇ ਕਹਿੰਦੇ ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਉਹਨਾਂ ਕਹਿੰਦੇ ਮਹਿਣਾ ਦਿੱਤਾ ਇਹਨਾਂ ਨੂੰ ਕਿ ਨਾ ਤੁਹਾਡੀ ਕੁੱਲੀ ਨਾ ਜੁਲੀ ਤੇ ਤੁਹਾਨੂੰ ਕੁੜੀ ਕਿਹਨੇ ਦੇਣੀ ਹੈ। ਤੇ ਕਹਿੰਦੇ ਫਿਰ ਉਹ ਉਹਨਾਂ ਦੇ ਦਿਲ ਤੇ ਲੱਗੀ ਗੱਲ, ਤੇ ਉਹਨਾਂ ਨੇ ਪਹਿਲੋਂ 100 ਏਕੜ ਦੇ ਕਰੀਬ ਇੱਥੇ ਪਿੰਡ 'ਚ ਜ਼ਮੀਨ ਖਰੀਦੀ। ਫਿਰ ਉਹਨਾਂ ਸੋਚਿਆ ਕਿ ਵੱਡੀ ਕੋਠੀ ਬਣਾਈ ਹੈ, ਦੱਸੀ ਹੈ ਲੋਕਾਂ ਨੂੰ ਵੀ ਆਪਾਂ ਪਹਿਲੇ ਵਾਲੇ ਨਹੀਂ ਗਏ, ਆਪਾਂ ਬੜੇ ਅਮੀਰ ਆ। ਸੋ ਕੋਠੀ ਭੱਠਾ ਲਾ ਕੇ ਆਪਣਾ ਇੱਟ ਤਿਆਰ ਕਰਕੇ ਵਧੀਆ ਆਰਕੀਟੈਕਟ ਨੂੰ ਨਕਸ਼ਾ ਬਣਾ ਕੇ ਲਾਹੌਰ ਤੋਂ ਮੁਸਲਮਾਨ ਕਾਰੀਗਰ ਬੁਲਾ ਕੇ ਇੱਕ ਉਹਨਾਂ ਨੇ ਇਹੋ ਜਿਹੀ ਕੋਠੀ ਤਿਆਰ ਕਰਤੀ ਜਿਹੜੀ ਇਲਾਕੇ 'ਚ ਕਿਤੇ ਨਹੀਂ ਗਈ। ਉਸ ਸਮੇਂ ਜਾਂ ਤਾਂ ਕੋਈ ਰਾਜੇ ਮਹਾਰਾਜਿਆਂ ਦੇ ਮਹਿਲ ਇੱਦਾਂ ਦੇ ਹੁੰਦੇ ਸੀ ਜਾਂ ਹਕੂਮਤਾਂ ਦੇ ਕੋਈ ਇੱਦਾਂ ਦੇ, ਉਹ ਵੀ ਸ਼ਾਇਦ ਛੋਟੇ ਹੀ ਹੋਣਗੇ। ਸੋ ਇਹ ਐਡੀ ਵੱਡੀ ਕੋਠੀ ਹੈ ਕਿ ਅੱਜ ਵੀ 100 ਸਾਲ 125 ਸਾਲ ਬੀਤਣ ਤੋਂ ਬਾਅਦ ਵੀ ਐਡੀ ਵੱਡੀ ਕੋਠੀ ਕਿਸੇ ਨੇ ਨਹੀਂ ਪਾ ਸਕਿਆ। ਤੁਹਾਨੂੰ ਜਦੋਂ ਤੁਸੀਂ ਇਹਦੇ ਬਾਰੇ ਸਟੋਰੀ ਲਿਖ ਰਹੇ ਸੀ ਜਾਂ ਖੋਜਬੀਨ ਕਰ ਰਹੇ ਸੀ ਇਸ ਕੋਠੀ ਦੇ ਬਾਰੇ, ਇਹਦੇ ਤੱਥਾਂ ਬਾਰੇ, ਤੁਹਾਡੇ ਨਾਲ ਕਦੀ ਇਹਨਾਂ ਦੇ ਪਰਿਵਾਰਕ ਮੈਂਬਰ ਜੋ ਵਿਦੇਸ਼ਾਂ 'ਚ ਬੈਠੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਜੀ, ਜਦੋਂ ਆਪਾਂ ਪੋਸਟ ਪਾਈ ਆ ਤੇ ਸੋਸ਼ਲ ਮੀਡੀਆ ਥੋੜੀ ਵਾਇਰਲ ਕਾਫੀ ਹੋ ਗਈ। ਉਹ ਘੁੰਮਦੀ ਘੁੰਮਾਉਂਦੀ ਇਹਨਾਂ ਦੇ ਵਾਰਸਾਂ ਕੋ ਵੀ ਜਦੋਂ ਇਹ ਲਿਖਤ ਪਹੁੰਚੀ ਆ ਤਾਂ ਉਹਨਾਂ ਦੇ ਫੋਨ ਆਏ ਸੀ, ਮੇਰਾ ਨੰਬਰ ਥੱਲੇ ਸੀ, ਤੇ ਇੱਕ ਫੋਨ ਕੈਨੇਡਾ ਤੋਂ, ਇੱਕ ਡੈਨਮਾਰਕ ਤੋਂ, ਨਵੀਂ ਦਿੱਲੀ ਤੋਂ ਵੀ ਇੱਕ ਆਇਆ ਸੀ, ਤੇ ਉਹਨਾਂ ਕਲੇਮ ਕੀਤਾ ਕਿ ਸਾਡੇ ਬਜ਼ੁਰਗ ਹੀ ਹੈ। ਤੇ ਇੱਕ ਡੈਨਮਾਰਕ ਇਹਨਾਂ ਦਾ ਉਹ ਦੱਸਦਾ ਕਿ ਮੇਰੇ ਪੜਦਾਦਾ ਜੀ ਸੀ, ਤੇ ਉਹਨੇ ਫੋਟੋ ਵੀ ਭੇਜੀ ਸੀ, ਉਹ ਆਪਣੇ ਜਿਹਨਾਂ ਦੇ ਇੱਕ ਭਲਵਾਨ ਭਰਾ ਚੋਂ ਇੱਕ ਦੀ ਫੋਟੋ ਸਾਡੇ ਕੋਲ ਹੈਗੀ ਆ। ਸੋ ਉਹ ਦੱਸਦੇ ਆ ਕਿ ਉਹ ਕਦੀ ਕਦੀ ਇੱਥੇ ਆਉਂਦੇ ਆ ਪਰਿਵਾਰ, ਤੇ ਉਹ ਇਹਨਾਂ ਤੋਂ ਸਾਰਿਆਂ ਨੂੰ ਪਤਾ ਵੀ ਸਾਡੀ ਪਿੰਡ ਚੋਣੇ 'ਚ ਸਾਡੇ ਬਜ਼ੁਰਗਾਂ ਦੀ ਕੋਠੀ ਆ, ਬਟ ਉਹ ਖਿਲਰੇ ਹੋਣ ਕਰਕੇ ਕੋਈ ਕਿਸੇ ਦੇਸ਼ 'ਚ ਆ, ਕੋਈ ਕਿਸੇ ਦੇਸ਼ 'ਚ ਆ। ਅੱਗੇ ਪਰਿਵਾਰ ਕਾਫੀ ਵੱਡੇ ਹੋ ਗਏ ਤੇ ਕਿਤੇ ਨਾ ਕਿਤੇ ਸਹਿਮਤੀ ਨਹੀਂ ਬਣਦੀ, ਜਾਂ ਉਹ ਉਹਨਾਂ ਦਾ ਇੰਨਾ ਧਿਆਨ ਵੀ ਨਹੀਂ ਗਾ। ਕਦੀ ਕਦੀ ਕਿਤੇ ਆਉਣ ਤੇ ਇੱਥੇ ਆ ਕੇ ਫੋਟੋ ਜ਼ਰੂਰ ਖਿਚਾਉਂਦੇ ਆ, ਬਟ ਉਹ ਸਾਂਭਣ ਵਾਲੇ ਬੰਨੇ ਕੋਈ ਨਹੀਂ ਗਿਆ। ਜੋ ਇਸ ਦੇ ਹਾਲਾਤ ਹੁਣ ਨਜ਼ਰ ਆਉਂਦੇ ਆ, ਤੁਸੀਂ ਕੀ ਸੋਚਦੇ ਹੋ? ਲੋਕ ਤੇ ਸਾਡੇ ਵੀ ਪੰਜਾਬ ਤੋਂ ਵਿਦੇਸ਼ਾਂ ਦਾ ਰੁਖ ਕਰ ਰਹੇ ਆ, ਕੀ ਸੋਚਦੇ ਹੋ ਇਹਦੇ ਬਾਰੇ, ਇਹਦੇ ਹਾਲਾਤ ਦੇਖ ਕੇ? ਬਿਲਕੁਲ ਜੀ, ਇਹ ਇੱਕ ਮਤਲਬ ਜੀਂਦੀ ਜਾਗਦੀ ਨਿਸ਼ਾਨੀ ਆ ਵੀ ਜੇ ਤੁਸੀਂ ਆਪਣੀਆਂ ਜੜ੍ਹਾਂ ਨੂੰ ਟੁੱਟੋਗੇ ਤੇ ਕੋਠੀ ਭਾਵੇਂ ਏਡੀ ਹੋਵੇ ਜਾਂ ਇਹਦੇ ਨਾਲ ਵੱਡੀ ਹੋਵੇ ਜਾਂ ਥੋੜੀ ਛੋਟੀ ਹੋਵੇ, ਅਜਾੜਾ ਉੱਥੇ ਵੀ ਨਿਸ਼ਚਿਤ ਆ। ਕਿਉਂਕਿ ਸਾਡੇ ਟ੍ਰੈਂਡ ਚੱਲ ਪਿਆ ਵੀ ਆਪਾਂ ਜੇ ਕਿਸੇ ਦਾ ਇਕੱਲਾ ਪੁੱਤ ਆ, ਇਸ ਤੋਂ ਚੰਗਾ ਭਲਾ ਕਾਰੋਬਾਰ ਵੀ ਆ, ਜ਼ਮੀਨ ਜਾਇਦਾਦ ਆ, ਛੱਡ ਕੇ ਅਸੀਂ ਰੋਜ਼ ਜਹਾਜ਼ ਭਰ ਕੇ ਵਿਦੇਸ਼ਾਂ ਜਾ ਰਹੇ ਆ। ਤੇ ਜੇ ਇਹੋ ਹੀ ਵਰਤਾਰਾ ਰਿਹਾ ਤਾਂ ਇੱਥੇ ਵੀ ਬੜੀਆਂ ਹੋਰ ਆਉਣ ਵਾਲੇ 10 ਸਾਲਾਂ ਨੂੰ ਮੈਨੂੰ ਇਹ ਗੱਲ ਦਾ ਡਰ ਆ ਕਿ ਰੱਬ ਨਾ ਕਰੇ ਕੋਈ ਇਹੋ ਜਿਹੀਆਂ ਕੋਠੀਆਂ ਹੋਰ ਵੀ ਇੱਥੇ ਬਣਨ। ਸੋ ਇਸ ਵੱਲ ਵੀ ਸੋਚਣਾ ਚਾਹੀਦਾ। ਇੰਡੋਨੇਸ਼ੀਆ ਵਿੱਚ ਭਲਵਾਨੀ ਤੋਂ ਇਹਨਾਂ ਨੌਜਵਾਨਾਂ ਨੂੰ ਕਾਫੀ ਇਨਾਮ ਮਿਲੇ। ਦਿਨਾਂ ਵਿੱਚ ਹੀ ਇੰਡੋਨੇਸ਼ੀਆ ਵਿਖੇ ਚਾਰੇ ਪਾਸੇ ਇਹਨਾਂ ਪੰਜਾਬੀ ਭਲਵਾਨਾਂ ਦੀ ਚਰਚਾ ਹੋਣ ਲੱਗ ਪਈ। ਇਹਨਾਂ ਦੋਵਾਂ ਭਰਾਵਾਂ ਵਿੱਚੋਂ ਇੱਕ ਭਰਾ ਦਾ ਵਿਆਹ ਇੰਡੋਨੇਸ਼ੀਆ ਦੇ ਇੱਕ ਅਮੀਰ ਪੰਜਾਬੀ ਪਰਿਵਾਰ ਦੀ ਇਕਲੌਤੀ ਲੜਕੀ ਨਾਲ ਹੋ ਗਿਆ। ਉਹ ਪਰਿਵਾਰ ਬਹੁਤ ਅਮੀਰ ਸੀ। ਇਸ ਵਿਆਹ ਨੇ ਭਲਵਾਨ ਭਰਾਵਾਂ ਦੀ ਜ਼ਿੰਦਗੀ ਵਿੱਚ ਅਜਿਹਾ ਪਲਟਾ ਲਿਆਂਦਾ ਕਿ ਉਹਨਾਂ ਦੀ ਜ਼ਿੰਦਗੀ ਹੀ ਬਦਲ ਗਈ। ਕੁਝ ਸਾਲ ਬੀਤੇ ਕਿ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਬਹੁਤ ਅਮੀਰ ਹੋ ਗਏ। ਉਸ ਸਮੇਂ ਇੰਡੋਨੇਸ਼ੀਆ ਦੇ ਸ਼ਹਿਰ ਮੈਦਾਨ ਵਿੱਚ ਕੋਈ 16 ਸਿਨੇਮੇ ਸਨ, ਜਿਨ੍ਹਾਂ ਵਿੱਚੋਂ 14 ਸਿਨੇਮਿਆਂ ਦੇ ਮਾਲਕ ਇਹ ਭਲਵਾਨ ਭਰਾ ਬਣ ਗਏ ਸਨ। ਕੁਝ ਹੀ ਸਾਲਾਂ ਵਿੱਚ ਇਹ ਭਰਾ ਬਹੁਤ ਅਮੀਰ ਹੋ ਗਏ। ਇੰਡੋਨੇਸ਼ੀਆ ਵਿਖੇ ਤਰੱਕੀ ਕਰਨ ਤੋਂ ਬਾਅਦ 1900 ਦੇ ਪਹਿਲੇ ਦਹਾਕੇ ਇਹ ਦੋਵੇਂ ਭਰਾ ਵਾਪਸ ਆਪਣੇ ਪਿੰਡ ਚੋਣੇ ਵਿਖੇ ਪਰਤੇ। ਪਿੰਡ ਦੇ ਕੱਚੇ ਘਰ ਦੀ ਹਾਲਤ ਬਹੁਤ ਮਾੜੀ ਸੀ। ਦੂਜੇ ਭਰਾ ਦੇ ਵਿਆਹ ਦੀ ਗੱਲ ਚੱਲੀ ਤਾਂ ਘਰ ਘਾਟ ਦੇਖ ਕੇ ਰਿਸ਼ਤਾ ਨਾ ਹੋਵੇ। ਕੁਝ ਸ਼ਰੀਕਾਂ ਨੇ ਇਸ ਗੱਲ ਦਾ ਤਾਨਾ ਵੀ ਮਾਰਿਆ ਕਿ ਤੁਹਾਡੇ ਕੋਲ ਕੁੱਲੀ ਜੁੱਲੀ ਤਾਂ ਹੈ ਨਹੀਂ, ਤੁਹਾਡੇ ਨਾਲ ਕਿਸ ਨੇ ਆਪਣੀ ਧੀ ਵਿਆਹਣੀ। ਹਾਕਮ ਸਿੰਘ ਤੇ ਗੁਰਦਿੱਤ ਸਿੰਘ ਨੂੰ ਸ਼ਰੀਕਾਂ ਦਾ ਇਹ ਬੋਲ ਬਹੁਤ ਚੁਭਿਆ। ਉਹਨਾਂ ਦੋਵਾਂ ਭਰਾਵਾਂ ਨੇ ਪਿੰਡ ਵਿੱਚ ਅਜਿਹੀ ਕੋਠੀ ਬਣਾਉਣ ਦੀ ਸੋਚੀ ਜਿਸ ਵਰਗੀ ਪੂਰੇ ਇਲਾਕੇ ਵਿੱਚ ਕੋਈ ਹੋਰ ਕੋਠੀ ਨਾ ਹੋਵੇ। ਦੋਹਾਂ ਭਰਾਵਾਂ ਕੋਲ ਦੌਲਤ ਬੇਸ਼ੁਮਾਰ ਸੀ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਪਿੰਡ ਵਿੱਚ 100 ਏਕੜ ਦੇ ਕਰੀਬ ਜ਼ਮੀਨ ਖਰੀਦੀ। ਪਿੰਡ ਚੋਣੇ ਵਿੱਚ ਕੋਠੀ ਬਣਾਉਣ ਲਈ 2 ਨਿੱਕੇ ਪੱਠੇ ਲਗਾਏ ਗਏ। ਕਹਿੰਦੇ ਹਨ ਕਿ ਕੋਠੀ ਇੰਨੀ ਵੱਡੀ ਬਣਾਈ ਗਈ ਕਿ ਇਸ ਉੱਪਰ 2 ਕਰੋੜ 40 ਲੱਖ ਇੱਟਾਂ ਹੀ ਲੱਗ ਗਈਆਂ।
ਇਸ ਕੋਠੀ ਦਾ ਡਿਜ਼ਾਈਨ ਉਸ ਸਮੇਂ ਦੇ ਮਸ਼ਹੂਰ ਮੁਸਲਮਾਨ ਆਰਕੀਟੈਕਟ ਤੋਂ ਬਣਵਾਇਆ ਗਿਆ ਅਤੇ ਕੋਠੀ ਨੂੰ ਬਣਾਉਣ ਲਈ ਵੀ ਮੁਸਲਮਾਨ ਰਾਜ ਮਿਸਤਰੀਆਂ ਨੂੰ ਬੁਲਾਇਆ ਗਿਆ। ਜਦੋਂ ਕੋਠੀ ਦਾ ਕੰਮ ਸ਼ੁਰੂ ਹੋਇਆ ਤਾਂ ਬਟਾਲਾ ਸ਼ਹਿਰ ਤੋਂ ਲੋਹੇ ਦੇ ਗਾਡਰ ਤੇ ਸਰੀਏ ਦੇ ਗੱਡੇ ਭਰ ਕੇ ਪਿੰਡ ਚੋਣੇ ਵਿਖੇ ਆਉਣ ਲੱਗੇ। ਇੰਨਾ ਲੋਹਾ ਇਸ ਕੋਠੀ ਉੱਪਰ ਲੱਗਾ ਕਿ ਬਟਾਲਾ ਸ਼ਹਿਰ ਦੀਆਂ ਲੋਹੇ ਦੀਆਂ ਦੁਕਾਨਾਂ 'ਚੋਂ ਲੋਹਾ ਮੁੱਕ ਗਿਆ। ਬਟਾਲੇ ਦੇ ਕਈ ਲੋਕ ਉਚੇਚੇ ਤੌਰ ਤੇ ਪਿੰਡ ਚੋਣੇ ਇਹ ਦੇਖਣ ਪਹੁੰਚੇ ਕਿ ਆਖਰ ਉੱਥੇ ਬਣ ਕੀ ਰਿਹਾ ਹੈ। ਆਖਰ ਜਦੋਂ 3 ਮੰਜ਼ਲਾ ਉੱਤੇ ਉੱਚੇ ਮੀਨਾਰਾਂ ਵਾਲੀ ਇਹ ਕੋਠੀ ਬਣ ਕੇ ਤਿਆਰ ਹੋਈ ਤਾਂ ਪਹਿਲੀ ਵਾਰ ਇੰਨੀ ਵੱਡੀ ਇਮਾਰਤ ਦੇਖ ਕੇ ਪਿੰਡ ਵਾਲਿਆਂ ਦੇ ਨਾਲ ਇਲਾਕੇ ਦੇ ਲੋਕ ਹੈਰਾਨ ਹੋ ਗਏ। ਭਲਵਾਨ ਭਰਾਵਾਂ ਨੇ ਸ਼ਰੀਕਾਂ ਵੱਲੋਂ ਕੁੱਲੀ ਜੁੱਲੀ ਦੇ ਮਾੜੇ ਬੋਲਾਂ ਨੂੰ ਪੁਗਾ ਕੇ ਦਿਖਾ ਦਿੱਤਾ। ਇਸ ਕੋਠੀ ਦੀ ਭਵਨ ਨਿਰਮਾਣ ਕਲਾ ਇੰਨੇ ਉੱਚ ਦਰਜੇ ਦੀ ਹੈ ਕਿ ਅੱਜ ਦੀਆਂ ਇਮਾਰਤਾਂ ਵੀ ਇਸ ਦਾ ਮੁਕਾਬਲਾ ਨਹੀਂ ਕਰਦੀਆਂ। ਕੋਠੀ ਦੇ ਫਰਸ਼, ਦੀਵਾਰਾਂ, ਬੂਹੇ, ਬਾਰੀਆਂ ਸਾਰਾ ਕੁਝ ਇੰਨਾ ਕਮਾਲ ਦਾ ਹੈ ਕਿ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਕੋਠੀ ਦੇ ਬਾਹਰ ਇੱਕ ਖੂਹ ਵੀ ਖੁਦਵਾਇਆ ਗਿਆ ਹੈ। ਪਿੰਡ ਵਾਲੇ ਦੱਸਦੇ ਹਨ ਕਿ ਕੋਠੀ ਦੇ ਮੀਨਾਰਾਂ ਉੱਪਰ ਤਾਂਬੇ ਉੱਪਰ ਸੋਨੇ ਦਾ ਪਾਣੀ ਚੜਾ ਕੇ ਲਗਾਇਆ ਗਿਆ ਸੀ। ਇਸ ਕੋਠੀ ਦਾ ਡਿਜ਼ਾਈਨ ਬਹੁਤ ਕਮਾਲ ਦਾ ਹੈ। ਸ਼ਰੀਕਾਂ ਦੇ ਬੋਲ ਪੁਗਾਉਣ ਤੋਂ ਬਾਅਦ ਅਤੇ ਛੋਟੇ ਦਾ ਵਿਆਹ ਕਰਨ ਤੋਂ ਬਾਅਦ ਇਹ ਭਲਵਾਨ ਭਰਾ ਕੁਝ ਸਾਲ ਇਸ ਕੋਠੀ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਇੰਡੋਨੇਸ਼ੀਆ ਚਲੇ ਗਏ। ਉੱਥੇ ਇਹਨਾਂ ਦਾ ਕਾਰੋਬਾਰ ਬਹੁਤ ਵਧੀਆ ਸੀ। ਕੁਝ ਸਾਲਾਂ ਪਿੱਛੋਂ ਭਲਵਾਨਾਂ ਦਾ ਇੱਕ ਲੜਕਾ ਬਲਵਿੰਦਰ ਸਿੰਘ ਬਿੱਲੂ ਇਸ ਕੋਠੀ ਵਿੱਚ ਆ ਕੇ ਰਹਿੰਦਾ ਰਿਹਾ। ਪਿੰਡ ਵਾਲੇ ਦੱਸਦੇ ਹਨ ਭਲਵਾਨਾਂ ਦੇ ਵਾਰਸਾਂ ਨੇ ਹੌਲੀ-ਹੌਲੀ ਪਿੰਡ ਦੀ ਜ਼ਮੀਨ ਵੇਚ ਦਿੱਤੀ ਅਤੇ ਕੋਠੀ ਦਾ ਵੀ ਵੱਡਾ ਹਿੱਸਾ ਢਾਹ ਕੇ ਵੇਚ ਦਿੱਤਾ। 1970 ਦੇ ਦਹਾਕੇ ਤੋਂ ਬਾਅਦ ਇਹ ਕੋਠੀ ਵੀਰਾਨ ਹੋ ਗਈ। ਹੁਣ ਆਲਮ ਇਹ ਹੈ ਕਿ ਇਸ ਕੋਠੀ ਦਾ 3 ਮੰਜ਼ਲਾ ਢਾਂਚਾ ਤਾਂ ਅਜੇ ਵੀ ਖੜਾ ਹੈ, ਪਰ ਇਸ ਦੇ ਬੂਹੇ, ਬਾਰੀਆਂ ਅਤੇ ਗ੍ਰਿਲਾਂ ਲੋਕਾਂ ਵੱਲੋਂ ਲਾ ਲਈਆਂ ਗਈਆਂ ਹਨ। ਇਹ ਕੋਠੀ ਖੁੱਲੀ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਦੇਖਣ ਲਈ ਜਾਂਦੇ ਹਨ। ਭਾਵੇਂ ਕਿ ਦਹਾਕਿਆਂ ਤੋਂ ਵੀਰਾਨ ਪਈ ਹੋਣ ਕਰਕੇ ਇਸ ਨੂੰ ਕਾਫੀ ਨੁਕਸਾਨ ਪੁੱਜਾ, ਪਰ ਅਜੇ ਵੀ ਇਸ ਕੋਠੀ ਦੀ ਬਣਤਰ ਅਤੇ ਇਮਾਰਤ ਸਾਜੀ ਹੈਰਾਨ ਕਰਨ ਵਾਲੀ ਹੈ। ਇਸ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਚੜ੍ਹ ਕੇ ਸਾਰਾ ਇਲਾਕਾ ਦੇਖਿਆ ਜਾ ਸਕਦਾ ਹੈ। ਕਹਿੰਦੇ ਹਨ ਕਿ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਪਰਿਵਾਰ ਇੰਡੋਨੇਸ਼ੀਆ ਤੋਂ ਅੱਗੇ ਹੋਰ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਕਦੀ-ਕਦੀ ਇਸ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਦੇ ਲੋਕ ਪਿੰਡ ਚੋਣੇ ਆਉਂਦੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਸ਼ਾਨਦਾਰ ਕੋਠੀ ਅੱਗੇ ਫੋਟੋ ਖਿਚਾ ਕੇ ਚਲੇ ਜਾਂਦੇ ਹਨ। ਪਿੰਡ ਦੇ ਲੋਕ ਦੱਸਦੇ ਹਨ ਕਿ ਪਿਛਲੇ ਕਾਫੀ ਸਮੇਂ ਦੌਰਾਨ ਇਸ ਕੋਠੀ ਵਿੱਚ ਫਿਲਮ ਮੇਕਰ ਫਿਲਮਾਂ ਦੀ ਸ਼ੂਟਿੰਗ ਲਈ ਆਉਂਦੇ ਰਹੇ ਅਤੇ ਕਈ ਪੰਜਾਬੀ ਗਾਣਿਆਂ ਦੀ ਵੀ ਇੱਥੇ ਸ਼ੂਟਿੰਗ ਹੋ ਚੁੱਕੀ ਹੈ। ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਇਸ ਵਾਂਗ ਹੀ ਦਿਲਚਸਪ ਹੈ ਅਤੇ ਇਹ 2 ਭਰਾਵਾਂ ਦੀ ਤਰੱਕੀ ਦੀ ਕਹਾਣੀ ਹੈ। ਚੰਗਾ ਹੁੰਦਾ ਜੇ ਪਿੰਡ ਚੋਣੇ ਦੇ ਵਾਸੀ ਇਸ ਕੋਠੀ ਦੀ ਸੰਭਾਲ ਕਰ ਲੈਂਦੇ। ਕਈ ਕਿਲੋਮੀਟਰ ਦੂਰੋਂ ਹੀ ਦਿਖਾਈ ਦੇਣ ਵਾਲੀ ਇਸ ਕੋਠੀ ਦੀ ਸੁੰਦਰਤਾ ਤੇ ਵਿਸ਼ਾਲਤਾ ਅੱਜ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਪਰ ਕਹਿੰਦੇ ਹਨ ਕਿ ਜਿਸ ਆਲਣੇ ਦੇ ਪੰਛੀ ਉੱਡ ਜਾਣ ਤਾਂ ਉਹ ਆਲਣਾ ਵੀ ਉੱਜੜ ਜਾਂਦਾ ਹੈ। ਇਹੋ ਹਾਲ ਹੁਣ ਇਸ ਵਿਸ਼ਾਲ ਮਹਿਲਨੁਮਾ ਕੋਠੀ ਦਾ ਹੋ ਰਿਹਾ ਹੈ। ਜੀ ਇਹ ਕੋਠੀ ਸਾਡੇ ਇਸ ਨਗਰ ਦਾ ਮਾਣ ਵਾ, ਆਲੇ ਦੁਆਲੇ ਪਿੰਡਾਂ ਦਾ ਵੀ ਮਾਣ ਆ। ਇਹ ਕੋਠੀ ਸਰਦਾਰ ਗੁਰਦਿੱਤ ਸਿੰਘ ਜੀ, ਸਰਦਾਰ ਹਾਕਮ ਸਿੰਘ ਜੀ ਜੋ ਇਸ ਪਿੰਡ ਦੇ ਵਸਨੀਕ ਸੀਗੇ, ਉਹਨਾਂ ਵੱਲੋਂ ਤਿਆਰ ਕੀਤੀ ਆ। ਕਿਸੇ ਸਮੇਂ ਉਹ ਗਰੀਬੀ ਦੀ ਹਾਲਤ ਵਿੱਚ ਸੀਗੇ ਤੇ ਰੋਟੀ ਰੋਜੀ ਦੀ ਭਾਲ ਵਿੱਚ ਉਹ ਇਸ ਪਿੰਡ ਵਿੱਚੋਂ ਚਲੇ ਗਏ। ਕੁਛ ਸਮਾਂ ਪਾ ਕੇ ਉਹ ਬੰਬੇ ਵਰਗੇ ਸ਼ਹਿਰ 'ਚ ਗਏ, ਜਿੱਥੇ ਉਹ ਬੜੇ ਵਧੀਆ ਪਹਿਲਵਾਨ ਵੀ ਸੀਗੇ। ਉਹਨਾਂ ਦੀ ਕੁਸ਼ਤੀ ਕਿਸੇ ਗੋਰੇ ਅੰਗਰੇਜ਼ ਨੇ ਵੇਖੀ, ਉਹਨਾਂ ਨੂੰ ਆਪਣੇ ਨਾਲ ਬਾਹਰ ਲੈ ਗਿਆ ਤੇ ਬਾਹਰ ਜਾਣ ਦੇ ਬਾਅਦ ਇੱਕਦਮ ਉਹਨਾਂ ਦੇ ਦਿਨ ਬਦਲੀ ਹੋਏ। ਕਿਸਮਤ ਨੇ ਗੇੜ ਦਿੱਤਾ ਹੈ ਤੇ ਉਹ ਬਹੁਤ ਅਮੀਰ ਪਰਿਵਾਰਾਂ ਦੇ ਵਿੱਚੋਂ ਇੱਕ ਹੋ ਗਏ। ਇੰਡੋਨੇਸ਼ੀਆ ਦਾ ਇੱਕ ਸ਼ਹਿਰ ਆ, ਮੈਦਾਨ ਸ਼ਹਿਰ, ਉੱਥੇ ਜਾ ਕੇ ਵਸੇ, ਬੜੀ ਕਮਾਈ ਕੀਤੀ ਤੇ ਬਹੁਤ ਜਿਹੜੇ ਉਸ ਪਰਿਵਾਰ ਉਹ ਸ਼ਹਿਰ ਦੇ ਵਿੱਚ ਜਿਹੜੇ ਕੁਝ ਚੁਣਿੰਦਾ ਪਰਿਵਾਰ ਸੀ ਨਾ ਅਮੀਰ, ਉਹਨਾਂ ਦੀ ਗਿਣਤੀ ਵਿੱਚੋਂ 1-2 ਨੰਬਰ 'ਤੇ ਸੀਗੇ। ਤੇ ਸੁਣਿਆ ਇਹ ਆ ਵੀ ਉਸ ਸ਼ਹਿਰ ਵਿੱਚ 16 ਸਿਨੇਮੇ ਸੀਗੇ ਤੇ 16 ਚੋਂ 14 ਸਿਨੇਮੇ ਇਹਨਾਂ ਦੇ ਸੀ ਤੇ ਤਕਰੀਬਨ 200-250 ਮਕਾਨ ਜਿਹੜਾ ਸੀਗਾ ਉਹ ਇਹਨਾਂ ਦਾ ਸੀਗਾ। ਤੇ ਬਹੁਤ ਮਿਹਨਤ ਕੀਤੀ ਤੇ ਫਿਰ ਦੁਬਾਰਾ ਪਿੰਡ ਦੀ ਯਾਦ ਆਈ, ਜੰਮਣ ਭਾਉਣ ਦੀ ਯਾਦ ਆਈ, ਇੱਥੇ ਆਏ। ਇੱਥੋਂ ਗਰੀਬੀ ਦੀ ਹਾਲਤ 'ਚ ਗਏ ਸੀ ਤੇ ਇੱਥੇ ਪਿੰਡ ਨੂੰ ਕੋਈ ਨਾ ਕੋਈ ਵਿਖਾਉਣਾ ਚਾਹੁੰਦੇ ਸੀ ਵੀ ਸਾਡੇ ਕੋਲ ਪੈਸੇ ਆ ਗਏ ਆ। ਫਿਰ ਇੱਥੇ ਆ ਕੇ ਜ਼ਮੀਨ ਖਰੀਦੀ, 2 ਪੱਠੇ ਲਾਏ, ਉਹਨਾਂ ਇੱਟਾਂ ਦੇ ਨਾਲ ਇਹ ਮਹਿਲ ਨੁਮਾ ਜਿਹੜਾ ਮਕਾਨ ਉਹ ਬਣਾਇਆ। ਫਿਰ ਇੱਥੇ ਜ਼ਮੀਨ ਵੀ ਖਰੀਦੀ, 100-125 ਏਕੜ ਇੱਥੇ ਰਹੇ, 3 ਸਾਲ ਵਾਹੀ ਵੀ ਕੀਤੀ ਆ ਤੇ ਇਸ ਤੋਂ ਬਾਅਦ ਫਿਰ ਉਹ ਮੂਵ ਹੋ ਗਏ ਆ ਇੰਡੋਨੇਸ਼ੀਆ 'ਚ ਤੇ ਦੁਬਾਰਾ ਉਹ ਇੱਥੇ ਨਹੀਂ ਆਏ। ਕੀ ਦੱਸਦੇ ਬਜ਼ੁਰਗ ਪੁਰਾਣੇ ਜਿਹੜੇ ਨੇ ਇਸ ਕੋਠੀ ਬਾਰੇ, ਕਿਸ ਤਰੀਕੇ ਦੀ ਸਹੂਲਤ ਸੀ ਇਹਦੇ ਅੰਦਰ, ਸੁਵਿਧਾਵਾਂ ਸੀ ਇਹਦੇ ਅੰਦਰ, ਕਿਸ ਤਰੀਕੇ ਤੋਂ ਉਸ ਵੇਲੇ ਤਿਆਰ ਕੀਤੀ? ਵੇਖੋ ਤੁਸੀਂ ਅੱਜ ਵੀ ਝਾਤੀ ਮਾਰ ਲਓ, ਇਹ ਕਿ ਚੰਗੇ ਆਰਕੀਟੈਕਟ ਦੀ ਦੇਣ ਹੈ।
ਕਿਉਂਕਿ ਅੱਜ ਵੀ 100 ਸਾਲ ਬੀਤਣ ਦੇ ਬਾਵਜੂਦ ਹੀ ਭਾਵੇਂ ਇੱਥੇ ਅਸੀਂ ਬੜੇ ਰੁੱਖ ਉੱਗ ਗਏ ਆ, ਪਿੱਪਲ ਉੱਗ ਗਏ ਆ, ਅਸੀਂ ਬੜਾ ਨੁਕਸਾਨ ਕੀਤਾ ਵਾ, ਤੋੜ ਫੋੜ ਕੀਤੀ ਆ ਆਲੇ ਦੁਆਲੇ ਦੇ ਪਿੰਡਾਂ 'ਚ, ਸਾਡੇ ਪਿੰਡ ਨੇ, ਪਰ ਅੱਜ ਵੀ ਇਹ ਉਵੇਂ ਖੜੀ ਆ। ਇਹ ਚੰਗੀ ਇੱਕ ਵਧੀਆ ਕਿਸੇ ਆਰਕੀਟੈਕਟ ਨੇ ਚੰਗੇ ਵਧੀਆ ਇੱਕ ਤਰੀਕੇ ਨਾਲ ਤਿਆਰ ਕੀਤੀ ਆ। ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਮੂੰਹ ਬੋਲ ਦੀ ਮਿਹਨਤ ਦੱਸਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਮੂੰਹ ਬੋਲ ਦੀ ਮਿਹਨਤ ਵਾ। ਤੇ ਅੱਜ ਵੀ ਜਿਹੜੇ ਪੰਜਾਬੀ ਅਸੀਂ ਬਾਹਰ ਜਾ ਰਹੇ ਹਾਂ, ਇੱਥੇ ਆ ਕੇ ਬੜੇ ਵੱਡੇ ਮਹਿਲਨੁਮਾ ਖੜੇ ਕਰ ਰਹੇ ਹਾਂ, ਉਹ ਸਿਰਫ ਇੱਕ ਵਿਖਾਵਾ ਆ। ਲੋਕਾਂ ਨੂੰ ਵਿਖਾਉਂਦੇ ਪਏ ਅਸੀਂ ਪੈਸੇ ਕਮਾਏ ਆ, ਪਰ ਜੇ ਪੈਸੇ ਕਮਾਏ ਤਾਂ ਉਹਨਾਂ ਨੂੰ ਸਾਹਮਣੇ ਵੀ ਚਾਹੀਦਾ, ਇੱਥੇ ਰਹਿਣਾ ਵੀ ਚਾਹੀਦਾ। ਇਹ ਨਾ ਹੋਵੇ ਕਿ ਇਹ ਸਾਰੇ ਖੰਡਰ ਬਣ ਜਾਣ ਤੇ ਮੁੜ ਕੇ ਕੋਈ ਪਛਾਣ ਝਾਤੀ ਮਾਰ ਕੇ ਨਾ ਵੇਖੇ। ਇਹ ਵੀ ਸਾਡੀ ਤਰਾਸਦੀ ਹੈ। ਸ਼ੂਟਿੰਗਾਂ ਤਾਂ ਇੱਥੇ ਬਹੁਤ ਹੋਈਆਂ ਜੀ। ਕੋਠੀ ਵੀ ਮਤਲਬ ਇਹ ਜੋ ਅਸੀਂ ਵੇਂਦੇ ਰਹੇ ਹਾਂ, ਮਤਲਬ ਬਹੁਤ ਵਧੀਆ ਜੋ ਜੰਮੇ ਵੇਂਦੇ ਰਹੇ ਹਾਂ ਜੀ। ਤੇ ਪਰ ਇਹ ਆ ਵੀ ਬਦਕਿਸਮਤੀ ਦੇ ਵਿੱਚ ਕੋਈ ਆਇਆ ਨਹੀਂ ਜਿਨ੍ਹਾਂ ਨੇ ਉਹਦਾ ਵਾਰਸ ਕੋਈ ਆਉਂਦਾ, ਕੋਈ ਰਹਿੰਦੇ ਵਿੱਚ ਇਹਦੇ, ਤੇ ਫਿਰ ਤਾਂ ਬਹੁਤ ਵਧੀਆ ਗੱਲ ਸੀ। ਅਜੇ ਵੀ ਕੋਈ ਪੰਜਾਬੀ ਗਾਣੇ ਜਾਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ? ਹਾਂਜੀ ਕਾਫੀ ਗਾਣਿਆਂ ਦੀ ਹੋਈ ਹੈ ਜੀ, ਮਤਲਬ ਫਿਲਮਾਂ ਦੀ ਵੀ ਕਾਫੀ ਇੱਥੇ ਸ਼ੂਟਿੰਗ ਹੋਈ ਹੈ ਜੀ। ਪ੍ਰੀ ਵੈਡਿੰਗ ਵਾਲੇ ਬਹੁਤ ਆਉਂਦੇ ਨੇ। ਮਜ਼ਬੂਤੀ ਕਿਸ ਤਰੀਕੇ ਦੀ? ਮਜ਼ਬੂਤੀ ਬਹੁਤ ਹੈ ਜੀ, ਮਜ਼ਬੂਤੀ ਤੁਸੀਂ ਦੇਖ ਹੀ ਲਓ, ਅਜੇ ਤੱਕ ਕਿਤੇ ਹੀ ਹੈ ਕੋਈ ਤਰੇੜ ਆਈ ਹੋਊਗੀ, ਨਹੀਂ ਤਾਂ ਨਹੀਂ। ਬਹੁਤ ਵਧੀਆ ਕਾਰੀਗਰ ਦਾ ਕੰਮ ਹੋਇਆ ਤੇ ਬੜੀ ਮਾਣ ਵਾਲੀ ਗੱਲ ਸਾਡੇ ਪਿੰਡ ਵਾਸਤੇ ਵੀ ਐਡੇ ਵੱਡੇ ਮਤਲਬ ਭਲਵਾਨ ਸੀ ਜਿਨ੍ਹਾਂ ਨੇ ਨਿਸ਼ਾਨੀ ਬਣਾਈ ਹੈ। ਨਿਰਪੱਖ ਪੋਸਟ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।